ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਚੈਨਲ ਗਿਆਨ ਟਾਈਮ ਤੇ। ਉਮੀਦ ਹੈ ਤੁਹਾਨੂੰ ਕਹਾਣੀ ਵਧੀਆ ਲੱਗੇਗੀ। ਕਹਾਣੀ ਸ਼ੁਰੂ ਕਰਦੇ ਹਾਂ। ਉਮਰ ਹੋ ਗਈ, ਕੀ ਹੋਇਆ? ਮੰਮੀ ਤੁਹਾਨੂੰ ਕਿੰਨੀ ਵਾਰ ਕਿਹਾ ਹੈ ਕਿ ਕੁੜੀ ਨੂੰ ਊਟ ਪਟਾਂਗ ਦੀਆਂ ਗੱਲਾਂ ਨਾ ਸਿਖਾਇਆ ਕਰੋ। ਵੱਡਾ ਮੁੰਡਾ ਦਰਸ਼ਪ੍ਰੀਤ ਆਪਣੀ ਮੰਮੀ ਨੂੰ ਕਹਿੰਦਾ। ਦਰਸ਼ਪ੍ਰੀਤ, ਮੈਂ ਇਹੋ ਜਿਹਾ ਕੀ ਸਿਖਾ ਦਿੱਤਾ ਜੋ ਤੂੰ ਇੰਨਾ ਗੁੱਸੇ ਵਿੱਚ ਬੋਲ ਰਿਹਾ ਹੈ? ਐਨੇ ਨੂੰ ਉਸਦੀ ਵੱਡੀ ਨੂੰਹ ਪ੍ਰੀਤ ਵੀ ਬਾਹਰ ਨਿਕਲੀ ਤੇ ਕਹਿਣ ਲੱਗੀ, ਮੰਮੀ ਅੱਜ ਤੋਂ ਸਵੇਰ ਦੀ ਪੇਂਡੂਆਂ ਵਾਲੀ ਭਾਸ਼ਾ ਵਿੱਚ ਪਤਾ ਨਹੀਂ ਕੀ ਬੁੜਬੁੜਾਈ ਜਾਂਦੀ ਹੈ। ਅਸੀਂ ਕੁੜੀ ਨੂੰ ਇੰਨੇ ਮਹਿੰਗੇ ਇੰਗਲਿਸ਼ ਮੀਡੀਅਮ ਸਕੂਲ ਵਿੱਚ ਪੜ੍ਹਾ ਰਹੇ ਹਾਂ ਤਾਂ ਕਿ ਉਹ ਚੰਗੀ ਤਰ੍ਹਾਂ ਅੰਗਰੇਜ਼ੀ ਸਿੱਖ ਜਾਏ ਅਤੇ ਅੱਗੇ ਉਸਦਾ ਕੌਨਵੈਂਟ ਸਕੂਲ ਵਿੱਚ ਐਡਮਿਸ਼ਨ ਹੋ ਜਾਏ, ਪਰ ਤੁਸੀਂ ਹੋ ਕੇ ਸਾਡੀ ਸਾਰੀ ਮਿਹਨਤ 'ਤੇ ਪਾਣੀ ਫੇਰਨ 'ਤੇ ਲੱਗੇ ਹੋ। ਸੁਖਵਿੰਦਰ ਕੌਰ ਬੜੀ ਹੈਰਾਨੀ ਨਾਲ ਮੁੰਡੇ ਅਤੇ ਨੂੰਹ ਦੀਆਂ ਗੱਲਾਂ ਸੁਣੀ ਜਾ ਰਹੀ ਸੀ ਅਤੇ ਐਨੇ ਨੂੰ ਪ੍ਰੀਤ ਦਰਸ਼ਪ੍ਰੀਤ ਨੂੰ ਕਹਿੰਦੀ, ਸੁਣੋ ਜੀ, ਮੰਮੀ ਦੀ ਆਹ ਪਿੰਡਾਂ ਵਾਲੀ ਬੋਲੀ ਤਾਂ ਆਪਣੀ ਕੁੜੀ ਦਾ ਭਵਿੱਖ ਖਰਾਬ ਕਰ ਦੇਗੀ। ਆਪਣੀ ਕੁੜੀ ਲਈ ਮੈਂ ਪਤਾ ਨਹੀਂ ਕੀ ਸੁਪਨੇ ਵੇਖਿਆ। ਮੰਮੀ ਨੂੰ ਕਹੋ ਕਿ ਕੁੜੀ ਤੋਂ ਦੂਰ ਹੀ ਰਿਹਾ ਕਰੇ। ਸੁਖਵਿੰਦਰ ਕੌਰ ਪ੍ਰੀਤ ਦੀਆਂ ਇਹ ਗੱਲਾਂ ਬੜੇ ਚਿਰ ਤੋਂ ਸੁਣ ਰਹੀ ਸੀ। ਪ੍ਰੀਤ ਤੀਰ ਵਾਂਗੂ ਚੁਭਣ ਵਾਲੇ ਬੋਲ ਲਗਾਤਾਰ ਬੋਲੀ ਜਾ ਰਹੀ ਸੀ। ਦਰਸ਼ਪ੍ਰੀਤ ਕੋਲ ਚੁੱਪਚਾਪ ਖੜਾ ਸੀ, ਜਾਂ ਇਹ ਕਹਿ ਲਵਾਂ ਕਿ ਉਹ ਆਪਣੇ ਘਰ ਵਾਲੀ ਦੀਆਂ ਗੱਲਾਂ ਨਾਲ ਬਿਲਕੁਲ ਸਹਿਮਤ ਸੀ। ਹੁਣ ਪਤੀ ਦੀ ਮੌਤ ਤੋਂ ਬਾਅਦ ਸੁਖਵਿੰਦਰ ਕੌਰ ਰੋਜ਼ ਆਪਣੀਆਂ ਨੂੰਹਾਂ ਅਤੇ ਮੁੰਡਿਆਂ ਦੇ ਤਾਨਿਆਂ ਮਿਹਣਿਆਂ ਦਾ ਸ਼ਿਕਾਰ ਬਣੀ ਰਹਿੰਦੀ। ਸੁਖਵਿੰਦਰ ਕੌਰ ਦੀਆਂ 2 ਨੂੰਹਾਂ ਤੇ 2 ਮੁੰਡੇ ਸੀ। ਦਰਸ਼ਪ੍ਰੀਤ ਦੀ ਇੱਕ ਕੁੜੀ ਸੀ ਜਿਸ ਨੂੰ ਉਹ ਪਿਆਰ ਨਾਲ ਦੀਪੂ ਕਹਿੰਦੇ ਸੀ, ਤੇ ਛੋਟੇ ਮੁੰਡੇ ਲਕਸ਼ ਦਾ 1 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਸੁਖਵਿੰਦਰ ਕੌਰ ਕੰਮ ਕਰਦੀ ਹੋਈ ਅਕਸਰ ਹੀ ਪਿੰਡਾਂ ਵਾਲੇ ਗੀਤ ਗੁਣਗੁਣਾਇਆ ਕਰਦੀ ਸੀ ਤੇ ਇਹਨਾਂ ਗੀਤਾਂ ਨਾਲ ਜੁੜੀ ਉਹ ਆਪਣੇ ਬਚਪਨ ਦੀ ਯਾਦ ਨੂੰ ਵੀ ਤਾਜ਼ਾ ਕਰ ਲੈਂਦੀ ਸੀ। ਇੱਕ ਦਿਨ ਦੀਪੂ ਨੇ ਆਪਣੀ ਦਾਦੀ ਨੂੰ ਇਹ ਗੀਤ ਗਾਉਂਦੇ ਹੋਏ ਸੁਣਿਆ ਸੀ ਤੇ ਤੋਤੇ ਦੀ ਤਰ੍ਹਾਂ ਆਪਣੀ ਦਾਦੀ ਦੀ ਬੋਲਾਂ ਨੂੰ ਰੱਟ ਲਿਆ। ਜਦੋਂ ਪ੍ਰੀਤ ਨੂੰ ਪਤਾ ਲੱਗਾ ਤਾਂ ਉਹਨੇ ਬਹੁਤ ਵੱਡਾ ਬਵਾਲ ਖੜਾ ਕਰ ਦਿੱਤਾ। ਦਰਅਸਲ ਇਹ ਮੁੱਦਾ ਤਾਂ ਇੱਕ ਬਹਾਨਾ ਸੀ ਆਪਣੀ ਸੱਸ 'ਤੇ ਦਬਦਬਾ ਬਣਾ ਕੇ ਰੱਖਣ ਦਾ। ਪ੍ਰੀਤ ਜਾਣਦੀ ਸੀ ਕਿ ਉਸਦੀ ਸੱਸ ਸਿੱਧੀ ਸਾਦੀ ਹੈ, ਇਸ ਲਈ ਉਸ ਨੂੰ ਦਬਾ ਕੇ ਰੱਖਣ ਲਈ ਉਹ ਰੋਜ਼ ਕੋਈ ਨਾ ਕੋਈ ਬਹਾਨਾ ਬਣਾ ਕੇ ਕਲੇਸ਼ ਬਣਾਈ ਰੱਖਦੀ ਤੇ ਦਰਸ਼ਪ੍ਰੀਤ ਨੂੰ ਹਮੇਸ਼ਾ ਹੀ ਆਪਣੀ ਘਰਵਾਲੀ ਦੀਆਂ ਗੱਲਾਂ ਚੰਗੀਆਂ ਲੱਗਦੀਆਂ। ਸੁਖਵਿੰਦਰ ਕੌਰ ਦੀ ਗੱਲਾਂ ਸਹੀ ਲੱਗਦੀਆਂ। ਉਹ ਤਾਂ ਆਪਣੇ ਜਠਾਣੀ ਵੱਲ ਵੇਖ ਕੇ ਸੁਖਵਿੰਦਰ ਕੌਰ ਦੀ ਛੋਟੀ ਨੂੰਹ ਵੀ ਆਪਣੀ ਸੱਸ ਦੀ ਬਿਲਕੁਲ ਇੱਜ਼ਤ ਨਾ ਕਰਦੀ, ਪਰ ਘਰ ਵਾਲੇ ਦੀ ਮੌਤ ਤੋਂ ਬਾਅਦ ਸੁਖਵਿੰਦਰ ਕੌਰ ਆਪਣਾ ਮੂੰਹ ਬੰਦ ਕਰਕੇ ਰੱਖਣਾ ਹੀ ਠੀਕ ਸਮਝਦੀ ਸੀ। ਉਹ ਜ਼ਿਆਦਾ ਪੜ੍ਹੀਆਂ ਲਿਖੀਆਂ ਹੋਣ ਕਰਕੇ ਹਮੇਸ਼ਾ ਆਪਣੀ ਸੱਸ ਨੂੰ ਅਨਪੜ੍ਹ ਗਵਾਰ ਹੀ ਕਹਿੰਦੀਆਂ, ਤੇ ਪਹਿਲੀ ਵਾਰ ਨਹੀਂ ਸੀ ਕਿ ਉਹ ਉਸ ਨੂੰ ਅਨਪੜ੍ਹ ਹੋਣ ਕਰਕੇ ਇਹ ਗੱਲਾਂ ਸੁਣਨੀਆਂ ਪੈ ਰਹੀਆਂ ਸੀ। ਕਾਰਨ ਇਹ ਸੀ ਕਿ ਸੁਖਵਿੰਦਰ ਕੌਰ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹੀ ਸੀ। ਉਸ ਵਕਤ ਪਿੰਡਾਂ ਵਿੱਚ ਪਿੰਡਾਂ ਵਾਲੀ ਬੋਲੀ ਹੀ ਬੋਲੀ ਜਾਂਦੀ ਸੀ ਤੇ ਸਕੂਲਾਂ ਵਿੱਚ ਵੀ ਪੰਜਾਬੀ ਹੀ ਪੜ੍ਹਾਈ ਜਾਂਦੀ ਸੀ। ਉਹ ਪਰਿਵਾਰ ਬਹੁਤਾ ਪੜ੍ਹਿਆ ਲਿਖਿਆ ਸੀ ਤੇ ਵਿਆਹ ਤੋਂ ਬਾਅਦ ਸੁਖਵਿੰਦਰ ਕੌਰ ਨੂੰ ਅਕਸਰ ਹੀ ਆਪਣੀਆਂ ਨਨਾਣਾਂ ਤੋਂ ਅਨਪੜ੍ਹ ਗਵਾਰ ਹੋਣ ਦੇ ਤਾਨੇ ਮਿਹਣੇ ਸੁਣਨੇ ਪੈਂਦੇ ਸੀ। ਪਰ ਜਦੋਂ ਪੜ੍ਹੇ ਲਿਖੇ ਤੇ ਨੌਕਰੀ ਕਰਨ ਵਾਲੇ ਮਾਂ-ਪਿਓ ਦੀ ਧੀ ਪ੍ਰੀਤ ਸੁਖਵਿੰਦਰ ਕੌਰ ਦੇ ਘਰ ਨੂੰਹ ਬਣ ਕੇ ਆਈ ਤਾਂ ਇਹ ਤਾਨੇ ਮਿਹਣੇ ਦੇਣ ਦਾ ਮੋਰਚਾ ਪ੍ਰੀਤ ਨੇ ਸੰਭਾਲ ਲਿਆ। ਇੰਨੇ ਸਾਲਾਂ ਤੋਂ ਲਗਾਤਾਰ ਆਪਣੇ ਲਈ ਅਪਮਾਨਜਨਕ ਸ਼ਬਦ ਸੁਣਦੇ ਸੁਖਵਿੰਦਰ ਕੌਰ ਦਾ ਆਤਮ ਵਿਸ਼ਵਾਸ ਵੀ ਬਹੁਤ ਘਟ ਗਿਆ ਸੀ। ਹੁਣ ਉਸ ਨੂੰ ਕਿਸੇ ਨਾਲ ਵੀ ਗੱਲ ਕਰਨ 'ਤੇ ਝਿਜਕ ਮਹਿਸੂਸ ਹੁੰਦੀ ਸੀ। ਕਦੀ-ਕਦੀ ਉਹ ਖੁਦ ਨੂੰ ਹੀ ਪੁੱਛਦੀ ਸੀ ਕਿ ਮੈਂ ਸੱਚਮੁੱਚ ਹੀ ਪੜ੍ਹੀ ਲਿਖੀ ਨਹੀਂ ਹਾਂ, ਕਿ ਮੈਂ ਅਨਪੜ੍ਹ ਹਾਂ। ਸੁਖਵਿੰਦਰ ਕੌਰ ਛੋਟੇ ਜਿਹੇ ਪਿੰਡ ਦੇ ਸਧਾਰਨ ਜਿਹੇ ਪਰਿਵਾਰ ਨਾਲ ਸੰਬੰਧ ਰੱਖਦੀ ਸੀ। ਜਦੋਂ ਉਸ ਦਾ ਜਨਮ ਹੋਇਆ ਸੀ ਤਾਂ ਦਾਦੀ ਬਹੁਤ ਰੋਈ ਸੀ, ਕਿਉਂਕਿ 2 ਕੁੜੀਆਂ ਤੋਂ ਬਾਅਦ ਤੀਜੀ ਕੁੜੀ ਦਾ ਬੋਝ ਵੀ ਪੈ ਗਿਆ ਸੀ। ਘਰ ਵਿੱਚ ਦਾਦੀ ਦੀ ਚੱਲਦੀ ਸੀ। ਸੁਖਵਿੰਦਰ ਕੌਰ ਦੇ ਪਿਤਾ ਜੀ ਹਮੇਸ਼ਾ ਆਪਣੀ ਮਾਂ ਦੀ ਹੀ ਗੱਲ ਮੰਨਦੇ ਸੀ ਤੇ ਮਾਂ ਦੀ ਜ਼ਿੰਦਗੀ ਵੀ ਦਾਦੀ ਦੇ ਇਸ਼ਾਰਿਆਂ 'ਤੇ ਚੱਲਦੀ ਸੀ। ਮਾਂ ਨੂੰ ਤਾਂ ਕੁਝ ਕਹਿਣ ਦਾ ਅਧਿਕਾਰ ਕਦੇ ਹੈ ਹੀ ਨਹੀਂ ਸੀ ਤੇ ਪਿਤਾ ਜੀ ਹਮੇਸ਼ਾ ਉਹੀ ਕਰਦੇ ਸੀ ਜੋ ਹਮੇਸ਼ਾ ਦਾਦੀ ਕਹਿੰਦੀ ਸੀ। ਸੋ ਤਿੰਨੇ ਭੈਣਾਂ ਦੀ ਜ਼ਿੰਦਗੀ ਵੀ ਦਾਦੀ ਦੇ ਇਸ਼ਾਰਿਆਂ 'ਤੇ ਹੀ ਚੱਲਣ ਲੱਗੀ। ਉਸ ਵਕਤ ਪੜ੍ਹ ਲਿਖ ਕੇ ਪੈਰਾਂ 'ਤੇ ਖੜਾ ਹੋਣਾ ਸੁਖਵਿੰਦਰ ਕੌਰ ਦਾ ਸੁਪਨਾ ਸੀ, ਪਰ ਪਿੰਡ ਦੇ ਸਰਕਾਰੀ ਸਕੂਲ ਵਿੱਚੋਂ 10ਵੀਂ ਜਮਾਤ ਪਾਸ ਕਰਦੇ ਹੀ ਦਾਦੀ ਦਾ ਹੁਕਮ ਆ ਗਿਆ ਕਿ ਹੁਣ ਪੜ੍ਹਾਈ ਲਿਖਾਈ ਬੰਦ ਕਰਕੇ ਘਰ ਦੇ ਕੰਮ ਕਰਿਆ ਕਰ। ਪਰ ਮੈਂ ਆਪਣੇ ਪਿਤਾ ਜੀ ਨੂੰ ਕਿਹਾ ਕਿ ਮੈਂ ਪੜ੍ਹਨਾ ਚਾਹੁੰਦੀ ਹਾਂ। ਪਿਤਾ ਜੀ, ਮੈਂ ਕੁਝ ਕਰਕੇ ਦਿਖਾਉਣਾ ਚਾਹੁੰਦੀ ਹਾਂ। ਦਾਦੀ ਪੂਰੇ ਰੋਹ ਵਿੱਚ ਕਹਿੰਦੀ ਕਿ ਥੋੜ੍ਹਾ ਜਿਹਾ ਪੜ੍ਹ ਲਿਖ ਗਈ ਹੈ ਤਾਂ ਸਾਡੇ ਸਿਰ 'ਤੇ ਚੜ੍ਹ ਗਈ, ਜੇ ਹੋਰ ਪੜ੍ਹ ਲਿਆ ਤਾਂ ਪਤਾ ਨਹੀਂ ਕੀ ਕਰੇਗੀ। ਸੁਖਵਿੰਦਰ ਕੌਰ ਨੇ ਬਹੁਤ ਆਪਣੇ ਪਿਤਾ ਜੀ ਦੀਆਂ ਮਿੰਨਤਾਂ ਕੀਤੀਆਂ, ਪਰ ਪਿਤਾ ਜੀ ਨੇ ਉਹੀ ਕੀਤਾ ਜੋ ਦਾਦੀ ਨੇ ਕਿਹਾ।
ਆਤਮ ਨਿਰਭਰ ਬਣਨਾ ਤਾਂ ਬਹੁਤ ਦੂਰ ਦੀ ਗੱਲ ਸੀ। ਦਾਦੀ ਨੇ ਇਹ ਕਹਿ ਕੇ ਗੱਲ ਖਤਮ ਕਰ ਦਿੱਤੀ ਕਿ ਤੂੰ ਆਪਣੇ ਘਰੇ ਜਾ ਕੇ ਹੀ ਪੜ੍ਹਨਾ ਲਿਖਣਾ। ਤੇ ਸੁਖਵਿੰਦਰ ਕੌਰ ਹਮੇਸ਼ਾ ਇਹੀ ਸੋਚਦੀ ਕਿ ਇਹ ਘਰ ਕਿਸ ਦਾ ਘਰ ਹੈ, ਜਿਸ ਘਰ ਵਿੱਚ ਮੈਂ ਜਨਮ ਲਿਆ, ਜਿੱਥੇ ਮੈਂ ਹੁਣ ਰਹਿ ਰਹੀ ਹਾਂ। ਪਰ ਪੜ੍ਹਾਈ ਲਿਖਾਈ ਦੀ ਜਿੱਦ ਸੀ। ਸੁਖਵਿੰਦਰ ਕੌਰ ਵਿੱਚੋਂ ਮੈਂ ਆਪਣੀ ਸਹੇਲੀਆਂ ਤੋਂ ਕਿਤਾਬਾਂ ਮੰਗ ਕੇ ਲੈ ਆਉਂਦੀ ਤੇ ਲੁਕ ਕੇ ਪੜ੍ਹ ਲੈਂਦੀ। ਬੇਸ਼ੱਕ ਉਹ 12ਵੀਂ ਜਮਾਤ ਪਾਸ ਨਾ ਕਰ ਸਕੀ, ਪਰ 12ਵੀਂ ਤੱਕ ਦੀ ਪੜ੍ਹਾਈ ਉਸਨੇ ਕਰ ਲਈ ਸੀ। ਸਿਰਫ 18 ਸਾਲ ਦੀ ਉਮਰ ਵਿੱਚ ਉਸਦਾ ਵਿਆਹ ਸ਼ਹਿਰ ਵਿੱਚ ਰਹਿੰਦੇ ਇੱਕ ਪੜ੍ਹੇ ਲਿਖੇ ਪਰਿਵਾਰ ਵਿੱਚ ਉਹਨਾਂ ਦੇ 30 ਸਾਲਾਂ ਦੇ ਮੁੰਡੇ ਨਾਲ ਕਰ ਦਿੱਤਾ। ਹੁਣ ਸਾਰੇ ਸੁਪਨੇ ਟੁੱਟ ਚੁੱਕੇ ਸੀ। ਜਦੋਂ ਵਿਆਹ ਕੇ ਸਹੁਰੇ ਆਈ ਤਾਂ ਉਸ ਤੋਂ ਕਿਤੇ ਜ਼ਿਆਦਾ ਪੜ੍ਹੀ ਲਿਖੀ ਉਸਦੀ ਜਠਾਣੀ ਤੇ ਨਨਾਣਾ ਉਸਨੂੰ ਕੁਝ ਨਹੀਂ ਸਮਝਦੀਆਂ ਸੀ। ਉਹ ਜਦੋਂ ਵੀ ਕੁਝ ਬੋਲਦੀ ਤਾਂ ਹਮੇਸ਼ਾ ਉਸਨੂੰ ਸਾਰੇ ਅੱਗੋਂ ਇਹੀ ਕਹਿੰਦੇ ਕਿ ਕਿਵੇਂ ਪੇਂਡੂਆਂ ਵਾਲੀ ਬੋਲੀ ਬੋਲਦੀ ਹੈ। ਜਦੋਂ ਸੁਖਵਿੰਦਰ ਕੌਰ ਨੇ ਆਪਣੀ ਜਠਾਣੀ ਨੂੰ ਅੰਗਰੇਜ਼ੀ ਵਿੱਚ ਆਪਣੀਆਂ ਸਹੇਲੀਆਂ ਨਾਲ ਗੱਲ ਕਰਦੇ ਸੁਣਿਆ ਤਾਂ ਫਿਰ ਪੜ੍ਹਾਈ ਕਰਨ ਦੀ ਇੱਛਾ ਹੋਈ ਤਾਂ ਆਪਣੇ ਪਤੀ ਨੂੰ 12ਵੀਂ ਜਮਾਤ ਦੇ ਪੇਪਰ ਦੇਣ ਲਈ ਕਿਹਾ ਤਾਂ ਉਸਦੇ ਘਰ ਵਾਲੇ ਨੇ 12ਵੀਂ ਜਮਾਤ ਦਾ ਫਾਰਮ ਭਰਾ ਦਿੱਤਾ ਤੇ ਉਸਦੇ ਪੇਪਰ ਵੀ ਦਵਾ ਦਿੱਤੇ। 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਉਹ ਬਹੁਤ ਖੁਸ਼ ਹੋਈ ਤੇ ਦਿਲ ਕੀਤਾ ਅੱਗੇ ਵੀ ਪੜ੍ਹਾਂ। ਉਸਨੇ ਸੋਚਿਆ ਸ਼ਾਇਦ ਸੁਪਨੇ ਪੂਰੇ ਹੋ ਜਾਣਗੇ। ਪਰ ਜਦੋਂ ਫਾਰਮ ਭਰਨ ਦਾ ਟਾਈਮ ਆਇਆ ਤਾਂ ਪਤਾ ਲੱਗਿਆ ਕਿ ਉਹ ਪ੍ਰੈਗਨੈਂਟ ਹੈ ਤੇ ਸੱਸ ਨੇ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਹੁਣ ਘਰ ਬੈਠ ਕੇ ਆਪਦਾ ਘਰ-ਬਾਰ ਸਾਂਭ, ਹੁਣ ਪੜ੍ਹਨ ਲਿਖਣ ਦਾ ਟਾਈਮ ਨਿਕਲ ਗਿਆ। ਫਿਰ ਵੱਡਾ ਮੁੰਡਾ ਦਰਸ਼ਪ੍ਰੀਤ ਹੋਇਆ ਤੇ ਫਿਰ 2 ਸਾਲ ਬਾਅਦ ਫਿਰ ਛੋਟਾ ਮੁੰਡਾ ਲਕਸ਼ ਹੋ ਗਿਆ। ਤਾਂ ਸੁਖਵਿੰਦਰ ਕੌਰ ਦੇ ਘਰ ਵਾਲੇ ਨੇ ਬੜੇ ਪਿਆਰ ਨਾਲ ਕਿਹਾ ਕਿ ਜਦੋਂ ਬੱਚੇ ਵੱਡੇ ਹੋ ਜਾਣਗੇ ਤਾਂ ਫਿਰ ਤੇਰੇ ਕੋਲ ਟਾਈਮ ਹੀ ਟਾਈਮ ਆ, ਤੂੰ ਫਿਰ ਆਪਣੇ ਸਾਰੇ ਸੁਪਨੇ ਪੂਰੇ ਕਰ ਲਈ। ਸੁਖਵਿੰਦਰ ਕੌਰ ਨੇ ਖੁਸ਼ੀ-ਖੁਸ਼ੀ ਆਪਣੇ ਪਰਿਵਾਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ। ਘਰ ਵਾਲੇ ਦੀ ਪ੍ਰਮੋਸ਼ਨ ਤੇ ਬੱਚਿਆਂ ਦੀ ਸਫਲਤਾ ਵਿੱਚ ਉਸਦਾ ਸਭ ਤੋਂ ਵੱਡਾ ਹੱਥ ਸੀ। ਸਭ ਨੂੰ ਤਰੱਕੀ ਦੇ ਰਾਹ 'ਤੇ ਲੈ ਕੇ ਜਾਣ ਵਾਲੀ ਉਹੀ ਔਰਤ ਸੀ। ਹੌਲੀ-ਹੌਲੀ ਆਪਣੇ ਸੁਪਨਿਆਂ ਨੂੰ ਉਸਨੇ ਭੁਲਾ ਦਿੱਤਾ। ਅੱਜ ਜਦੋਂ ਉਸਨੇ ਆਪਣੀ ਨੂੰਹ ਅਤੇ ਪੁੱਤ ਦੇ ਮੂੰਹੋਂ ਆਪਣੇ ਲਈ ਇੰਨੇ ਜ਼ਿਆਦਾ ਅਪਮਾਨਜਨਕ ਸ਼ਬਦ ਸੁਣੇ ਤਾਂ ਉਸਦਾ ਵੀ ਸਬਰ ਜਵਾਬ ਦੇ ਗਿਆ। ਉਹ ਆਪਣੇ ਕਮਰੇ ਵਿੱਚ ਜਾ ਕੇ ਬਹੁਤ ਰੋਈ, ਪਰ ਫਿਰ ਉਹ ਆਪਣੇ ਆਪ ਨੂੰ ਸੰਭਾਲਦੀ ਹੋਈ ਹਮੇਸ਼ਾ ਦੀ ਤਰ੍ਹਾਂ ਆਪਣੇ ਕੰਮ ਵਿੱਚ ਬਿਜ਼ੀ ਹੋ ਗਈ। ਅਗਲੇ ਦਿਨ ਜਦੋਂ ਸੁਖਵਿੰਦਰ ਸ਼ਹਿਰ ਕੁਝ ਲੈਣ ਲਈ ਗਈ ਤਾਂ ਉਸਨੂੰ ਬਾਜ਼ਾਰ ਵਿੱਚੋਂ ਕਿਸੇ ਨੇ ਪਿੱਛੋਂ ਆਵਾਜ਼ ਮਾਰੀ, ਸੁਖਵਿੰਦਰ ਸੁਖਵਿੰਦਰ। ਉਸਨੂੰ ਇਹ ਆਵਾਜ਼ ਜਾਣੀ ਪਹਿਚਾਣੀ ਜਿਹੀ ਲੱਗੀ। ਉਹ ਹੈਰਾਨ ਹੋ ਕੇ ਕਹਿੰਦੀ, ਰੱਜੋ। ਜਦੋਂ ਪਿੱਛੇ ਮੁੜ ਕੇ ਦੇਖਿਆ ਤਾਂ ਸੱਚਮੁੱਚ ਰੱਜੋ ਹੀ ਖੜੀ ਸੀ। ਇੰਨੇ ਸਾਲਾਂ ਬਾਅਦ ਆਪਣੀ ਬਚਪਨ ਦੀ ਸਹੇਲੀ ਨੂੰ ਮਿਲ ਕੇ ਸੁਖਵਿੰਦਰ ਕੌਰ ਖੁਸ਼ ਹੋ ਗਈ। ਰੱਜੋ ਕਹਿੰਦੀ ਕਿ ਇੰਨੇ ਸਾਲਾਂ ਬਾਅਦ ਤੂੰ ਮੈਨੂੰ ਇੱਥੇ ਮਿਲੇਂਗੀ, ਮੈਂ ਤਾਂ ਕਦੇ ਸੋਚਿਆ ਹੀ ਨਹੀਂ ਸੀ। ਸੁਖਵਿੰਦਰ, ਮੇਰੀ ਇੱਥੇ ਗਰਲਸ ਕਲਾਸ ਵਿੱਚ ਪ੍ਰਿੰਸੀਪਲ ਦੇ ਤੌਰ 'ਤੇ ਪੋਸਟਿੰਗ ਹੋਈ ਆ। ਫਿਰ ਮੇਰੇ ਹਸਬੈਂਡ ਨੇ ਵੀ ਇੱਥੇ ਹੀ ਟਰਾਂਸਫਰ ਕਰਵਾ ਲਿਆ ਤੇ ਬੱਚੇ ਵੀ ਹੁਣ ਸੈਟਲ ਹੋ ਗਏ ਹਨ। ਦੋਨੇ ਚੰਗੀ ਨੌਕਰੀ ਕਰ ਰਹੇ ਹਨ। ਤੂੰ ਅੱਜ ਕੱਲ੍ਹ ਕੀ ਕਰ ਰਹੀ ਆਂ ਸੁਖਵਿੰਦਰ? ਬਹੁਤ ਵੱਡੇ ਖ਼ਵਾਬ ਸੀ ਤੇਰੇ। ਕਿਤੇ ਨੌਕਰੀ ਕਰ ਰਹੀ ਆਂ ਜਾਂ ਕੋਈ ਬਿਜ਼ਨਸ? ਰੱਜੋ ਵੱਲੋਂ ਪੁੱਛੇ ਗਏ ਸਵਾਲ 'ਤੇ ਸੁਖਵਿੰਦਰ ਕੌਰ ਚੁੱਪ ਹੋ ਗਈ ਤੇ ਸੋਚਣ ਲੱਗੀ ਕੀ ਸੁਪਨੇ ਸੀ ਮੇਰੇ। ਫਿਰ ਯਾਦ ਆਇਆ, ਹਾਂ ਸੁਪਨੇ ਤਾਂ ਬਹੁਤ ਵੱਡੇ ਸੀ। ਮੇਰੀਆਂ ਇਹਨਾਂ ਅੱਖਾਂ ਵਿੱਚ ਸੋਚਦੀ ਦੀਆਂ ਅੱਖਾਂ ਭਰ ਆਈਆਂ। ਗਲ ਭਰ ਕੇ ਬੋਲੀ, ਕਹਿੰਦੀ ਸੁਪਨੇ ਪੂਰੇ ਕਰਨ ਵਾਲਾ ਜਦੋਂ ਘਰ ਵਾਲਾ ਹੀ ਨਹੀਂ ਰਿਹਾ ਤਾਂ ਸੁਪਨੇ ਕਿਸ ਨੇ ਪੂਰੇ ਕਰਨੇ ਸੀ? ਇਹ ਗੱਲ ਸੁਣ ਕੇ ਰੱਜੋ ਨੂੰ ਝਟਕਾ ਲੱਗਿਆ ਤੇ ਉਸਨੇ ਆਪਣੀ ਸਹੇਲੀ ਦੀਆਂ ਅੱਖਾਂ ਪੂੰਝੀਆਂ ਤੇ ਉਸਨੂੰ ਜੱਫੀ ਪਾ ਲਈ। ਤਾਂ ਤੂੰ ਫਿਰ ਆਤਮ ਨਿਰਭਰ ਬਣਨ ਦੇ ਲਈ ਸੋਚਿਆ ਕਿਉਂ ਨਹੀਂ? ਆਪਣੀ ਪੜ੍ਹਾਈ ਪੂਰੀ ਕਰਕੇ ਟੀਚਰ ਬਣਨਾ ਚਾਹੁੰਦੀ ਸੀ ਮੈਂ। ਵਿਆਹ ਤੋਂ ਪਹਿਲਾਂ ਦਾਦੀ ਦੇ ਹਿਸਾਬ ਨਾਲ ਜ਼ਿੰਦਗੀ ਚੱਲਦੀ ਸੀ। ਵਿਆਹ ਤੋਂ ਬਾਅਦ ਸੱਸ ਨੇ ਚੁੱਲ੍ਹਾ ਚੌਂਕਾ ਸਾਂਭਣ ਲਈ ਕਹਿ ਦਿੱਤਾ। ਹੁਣ ਮੁੰਡਿਆਂ ਦੇ ਵਿਆਹ ਤੋਂ ਬਾਅਦ ਨੂੰਹਾਂ ਦੇ ਇਸ਼ਾਰਿਆਂ 'ਤੇ ਨੱਚ ਰਹੀ ਹਾਂ ਮੈਂ। ਨੂੰਹਾਂ ਨੌਕਰੀ ਕਰ ਰਹੀਆਂ ਨੇ ਤੇ ਮੈਂ ਅੱਜ ਤੱਕ ਚੁੱਲ੍ਹਾ ਚੌਂਕਾ ਹੀ ਸੰਭਾਲ ਰਹੀ ਹਾਂ। ਉੱਤੋਂ ਅਨਪੜ੍ਹ ਗਵਾਰ ਦਾ ਤਗਮਾ ਮੈਨੂੰ ਮਿਲਿਆ, ਉਹ ਅਲੱਗ। ਹੁਣ ਤਾਂ ਉਮਰ ਵੀ ਬੀਤ ਗਈ ਹੈ। ਇਸ ਉਮਰ ਵਿੱਚ ਤਾਂ ਮੈਂ ਪੜ੍ਹਾਈ ਨਹੀਂ ਕਰ ਸਕਦੀ। ਆਪਣੇ ਸੁਪਨੇ ਨਾ ਪੂਰੇ ਕਰਨ ਦੀ ਚੀਜ਼ ਅੱਜ ਉਸਦੇ ਹੰਝੂਆਂ ਰਾਹੀਂ ਬਾਹਰ ਆ ਗਈ। ਰੱਜੋ ਤਾਂ ਸਿਰਫ ਉਸਨੂੰ, ਇਸ ਉਮਰ ਵਿੱਚ ਤਾਂ ਮੈਂ ਪੜ੍ਹਾਈ ਵੀ ਨਹੀਂ ਕਰ ਸਕਦੀ। ਆਪਣੇ ਸੁਪਨੇ ਨਾ ਪੂਰੇ ਕਰਨ ਦੀ ਚੀਜ਼ ਅੱਜ ਉਸਦੇ ਹੰਝੂਆਂ ਰਾਹੀਂ ਬਾਹਰ ਆ ਗਈ। ਰੱਜੋ ਤਾਂ ਸਿਰਫ ਉਸ ਵੱਲ ਹੈਰਾਨੀ ਨਾਲ ਹੀ ਦੇਖਦੀ ਰਹਿ ਗਈ। ਫਿਰ ਗੁੱਸੇ ਨਾਲ ਬੋਲੀ, ਕਿਉਂ? ਹੁਣ ਕਿਹੜਾ ਸਮਾਂ ਲੰਘ ਗਿਆ ਤੇ ਨਾਲੇ ਕੀ ਹੋਇਆ ਤੇਰੀ ਉਮਰ ਨੂੰ? ਪਰ ਰੱਜੋ, ਹੁਣ ਆਪਣੇ ਸੁਪਨੇ ਪੂਰੇ ਕਰਾਂਗੀ ਤਾਂ ਸਭ ਤੋਂ ਪਹਿਲਾਂ ਤਾਂ ਘਰ ਦੇ ਹੀ ਜੀ ਮੇਰੇ 'ਤੇ ਹੱਸਣਗੇ ਤੇ ਜਿਹੜਾ ਲੋਕ ਹੱਸਣਗੇ ਉਹ ਵੱਖ। ਫਿਰ ਰੱਜੋ ਕਹਿੰਦੀ, ਸੁਖਵਿੰਦਰ, ਲੋਕ ਇੱਕ ਦਿਨ ਹੱਸਣਗੇ, ਦੂਸਰੇ ਦਿਨ ਕਹਿਣਗੇ ਤੇ ਤੀਜੇ ਦਿਨ ਭੁੱਲ ਜਾਣਗੇ। ਤੂੰ ਲੋਕਾਂ ਦੀ ਪਰਵਾਹ ਨਾ ਕਰ, ਤੂੰ ਕਰ ਜਿਹੜਾ ਤੇਰਾ ਜੀਅ ਕਰਦਾ।
ਸੁਖਵਿੰਦਰ, ਤੂੰ ਆਪਣੀ ਅੰਦਰੀ ਚੁਲਬੁਲੀ ਤੇ ਬੇਵਾਕ ਕੁੜੀ ਨੂੰ ਜਗਾ, ਜੋ ਆਪਣੀ ਦਾਦੀ ਦੇ ਸਾਹਮਣੇ ਬੋਲਣ ਦੀ ਹਿੰਮਤ ਰੱਖਦੀ ਸੀ। ਤੂੰ ਅੱਜ ਵੀ ਉਹ ਸਭ ਕੁਝ ਕਰ ਸਕਦੀ ਹੈ ਜੋ ਉਸ ਸਮੇਂ ਕਰ ਸਕਦੀ ਸੀ। ਹੋ ਸਕਦਾ ਹੈ ਪਹਿਲੀ ਵਾਰ ਸਫਲਤਾ ਨਾ ਮਿਲੇ, ਪਰ ਤੂੰ ਹਿੰਮਤ ਰੱਖ ਕੇ ਡਟੀ ਰਹਿ। ਹਾਰ ਕਦੀ ਵੀ ਨਾ ਮੰਨਣਾ, ਸਫਲਤਾ ਤੇਰੇ ਕਦਮ ਚੁੰਮੇਗੀ। ਰੱਜੋ ਨੇ ਸੁਖਵਿੰਦਰ ਕੌਰ ਨੂੰ ਆਪਣਾ ਵਿਜ਼ਿਟਿੰਗ ਕਾਰਡ ਦਿੱਤਾ ਤੇ ਬੋਲੀ, ਜਦੋਂ ਤੂੰ ਆਪਣੀ ਪੜ੍ਹਾਈ ਸ਼ੁਰੂ ਕਰਨੀ ਹੋਈ ਤਾਂ ਤੂੰ ਮੈਨੂੰ ਆ ਕੇ ਮਿਲ ਲਈ। ਤੇਰੇ ਲਈ ਕਾਲਜ ਲਈ ਵਿੱਚ ਮੈਂ ਸਪੈਸ਼ਲ ਕਲਾਸ ਦਾ ਪ੍ਰਬੰਧ ਕਰਾ ਦਿਆਂਗੀ। ਆਪਣੀ ਸਹੇਲੀ ਦੀਆਂ ਗੱਲਾਂ ਨੇ ਸੁਖਵਿੰਦਰ ਕੌਰ ਵਿੱਚ ਜਿਵੇਂ ਨਵੀਂ ਹਿੰਮਤ ਭਰ ਦਿੱਤੀ ਤੇ ਉਸਨੂੰ ਲੱਗਿਆ ਜਿਵੇਂ ਕਿਸੇ ਨੇ ਉਸਨੂੰ ਗਹਿਰੀ ਨੀਂਦ ਤੋਂ ਜਗਾਇਆ ਹੋਵੇ। ਜਿਵੇਂ ਜਿਵੇਂ ਉਹ ਘਰ ਵੱਲ ਵੱਧਦੀ ਜਾ ਰਹੀ ਸੀ, ਉਸਦੇ ਦਿਲ ਵਿੱਚ ਆਪਣੇ ਵਜੂਦ ਦੀ ਪਹਿਚਾਣ ਬਣਾਉਣ ਲਈ ਨਵੀਂ ਤੜਫ ਵੱਧਦੀ ਜਾ ਰਹੀ ਸੀ। ਇਹੀ ਸਮਾਂ ਹੈ ਆਪਣੇ ਸੁਪਨਿਆਂ ਨੂੰ ਖੰਭ ਲਗਾਉਣ ਦਾ। ਕਹਿੰਦੇ ਹੋਏ ਸੁਖਵਿੰਦਰ ਕੌਰ ਨੇ ਘਰ ਦਾ ਮੇਨ ਗੇਟ ਖੋਲ੍ਹਿਆ। ਸਾਹਮਣੇ ਵੇਖਿਆ ਦੋਨੇ ਮੁੰਡੇ ਲਕਸ਼ ਤੇ ਦਰਪ੍ਰੀਤ ਘਰ ਪਹੁੰਚ ਚੁੱਕੇ ਸੀ ਤੇ ਨੂੰਹਾਂ ਰਸੋਈ ਵਿੱਚ ਖਾਣਾ ਬਣਾ ਰਹੀਆਂ ਸੀ। ਆਪਣਾ ਸ਼ਾਪਿੰਗ ਬੈਗ ਨੂੰ ਇੱਕ ਪਾਸੇ ਰੱਖਦੇ ਹੋਏ ਸੁਖਵਿੰਦਰ ਕੌਰ ਨੇ ਉਸੇ ਵੀ ਗੱਲ ਕਰਨ ਬਾਰੇ ਸੋਚਿਆ ਤੇ ਆ ਕੇ ਸਾਰਿਆਂ ਦੇ ਕੋਲ ਬੈਠ ਗਈ। ਦੋਨੇ ਨੂੰਹਾਂ ਵੀ ਬਾਹਰ ਆ ਗਈਆਂ। ਚੰਗਾ ਹੋਇਆ ਤੁਸੀਂ ਇੱਥੇ ਬੈਠੇ ਹੋ, ਮੈਂ ਤੁਹਾਡੇ ਨਾਲ ਗੱਲ ਕਰਨੀ ਹੈ। ਦੋਨੇ ਮੁੰਡੇ ਸੁਖਵਿੰਦਰ ਕੌਰ ਦੀ ਗੱਲ ਸੁਣ ਕੇ ਹੈਰਾਨ ਹੋ ਗਏ ਤੇ ਕਹਿਣ ਲੱਗੇ, ਮੰਮੀ ਕੀ ਗੱਲ ਕਰਨੀ ਆ ਤੁਸੀਂ? ਸੁਖਵਿੰਦਰ ਕੌਰ ਕਹਿੰਦੀ, ਬਹੁਤ ਸਾਲਾਂ ਤੋਂ ਮੇਰਾ ਸੁਪਨਾ ਸੀ ਜਿਸ ਨੂੰ ਮੈਂ ਪੂਰਾ ਕਰਨਾ ਚਾਹੁੰਦੀ ਹਾਂ। ਮੈਨੂੰ ਲੱਗਦਾ ਹੁਣ ਵਕਤ ਆ ਗਿਆ। ਮੰਮੀ ਸਾਫ਼-ਸਾਫ਼ ਦੱਸੋ ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਮੈਂ ਸੋਚ ਲਿਆ, ਮੈਂ ਹੁਣ ਅੱਗੇ ਪੜ੍ਹਨਾ ਚਾਹੁੰਦੀ ਹਾਂ। ਜਦੋਂ ਸੁਖਵਿੰਦਰ ਨੇ ਇਹ ਗੱਲ ਕਹੀ ਤਾਂ ਸਾਰੇ ਹੈਰਾਨ ਹੋ ਗਏ। ਮੁੰਡੇ ਕਹਿੰਦੇ, ਗੁਰਦੁਆਰਾ ਤੇ ਕਥਾ ਕੀਰਤਨ ਤੋਂ ਇਲਾਵਾ ਹੁਣ ਤੁਸੀਂ ਆਹ ਕਿਹੜਾ ਨਵਾਂ ਸ਼ੌਕ ਪਾ ਲਿਆ? ਇਹ ਵੀ ਕੋਈ ਪੜ੍ਹਾਈ ਕਰਨ ਦੀ ਉਮਰ ਹੈ ਤੁਹਾਡੀ? ਕੁਝ ਤਾਂ ਸੋਚ ਕੇ ਬੋਲੋ। ਪ੍ਰੀਤ ਤਾਨਾ ਦਿੰਦੀ ਹੋਈ ਬੋਲੀ, ਮੰਮੀ ਤੁਸੀਂ ਠੀਕ ਤਾਂ ਹੋ? ਇਹ ਕਿਹੋ ਜਿਹੀਆਂ ਬੱਚਿਆਂ ਵਾਲੀਆਂ ਗੱਲਾਂ ਕਰ ਰਹੇ ਹੋ? ਮੱਥੇ ਤੇ ਤਿਉੜੀਆਂ ਪਾ ਕੇ ਵੱਡਾ ਮੁੰਡਾ ਦਰਸ਼ਪ੍ਰੀਤ ਬੋਲਿਆ, ਹਾਂ ਮੈਂ ਬਿਲਕੁਲ ਠੀਕ ਹਾਂ। ਇਹ ਕੀ ਤਰੀਕਾ ਹੋਇਆ ਦਰਸ਼ਪ੍ਰੀਤ ਗੱਲ ਕਰਨ ਦਾ? ਆਖਰ ਮੇਰੇ ਵੀ ਕੋਈ ਸੁਪਨੇ ਹਨ। ਜੇ ਮੈਂ ਉਹ ਪੂਰੇ ਕਰਨੇ ਚਾਹੁੰਦੀ ਹਾਂ ਤਾਂ ਇਸ ਵਿੱਚ ਗਲਤ ਵੀ ਕੀ ਹੈ? ਛੋਟਾ ਮੁੰਡਾ ਲਕਸ਼ ਕਹਿੰਦਾ, ਇਸ ਵਿੱਚ ਠੀਕ ਵੀ ਕੀ ਹੈ ਮੰਮੀ? ਜਦੋਂ ਤੁਸੀਂ ਇਸ ਉਮਰ ਵਿੱਚ ਪੜ੍ਹਨ ਲਈ ਜਾਓਗੇ ਤਾਂ ਲੋਕ ਸਾਨੂੰ ਕੀ ਕਹਿਣਗੇ? ਆਂਢ ਗੁਆਂਢ ਕੀ ਕਹੇਗਾ? ਫਿਰ ਮੇਰੇ ਸਹੁਰੇ ਵੀ ਇਸ ਸ਼ਹਿਰ ਵਿੱਚ ਹੀ ਹਨ ਤੇ ਮੇਰੀ ਇੱਜ਼ਤ ਰਹਿ ਜਾਏਗੀ ਉਹਨਾਂ ਦੇ ਸਾਹਮਣੇ? ਮੇਰੇ ਦੋਸਤ ਮੇਰੇ ਤੇ ਹੱਸਣਗੇ, ਮੇਰਾ ਮਜ਼ਾਕ ਉਡਾਉਣਗੇ। ਛੋਟੀ ਨੂੰਹ ਵੀ ਕਿਹੜਾ ਚੁੱਪ ਰਹਿਣ ਵਾਲੀ ਸੀ। ਉਹ ਵੀ ਕਹਿੰਦੀ, ਮੰਮੀ ਅਜੇ ਹੁਣੇ ਹੀ ਤਾਂ ਪਾਪਾ ਦੀ ਮੌਤ ਹੋਈ ਹੈ। ਤੁਹਾਨੂੰ ਇਹ ਸਭ ਕੁਝ ਕਰਨ ਦੀ ਸੁੱਝ ਰਹੀ ਹੈ। ਤੁਸੀਂ ਇਹੋ ਜਿਹੇ ਕੰਮ ਕਰਨੇ ਆ ਤਾਂ ਕਿਤੇ ਹੋਰ ਜਾ ਕੇ ਕਰੋ, ਇਸ ਘਰ ਵਿੱਚ ਨਹੀਂ। ਨੂੰਹਾਂ ਮੁੰਡੇ ਆਪਣਾ ਫੈਸਲਾ ਸੁਣਾ ਕੇ ਆਪਣੇ ਆਪਣੇ ਕਮਰੇ ਵਿੱਚ ਚਲੇ ਗਏ ਤੇ ਸੁਖਵਿੰਦਰ ਕੌਰ ਉੱਥੇ ਇਕੱਲੀ ਹੀ ਬੈਠੀ ਰਹਿ ਗਈ। ਹੁਣ ਉਸਨੂੰ ਇਹ ਪੂਰਾ ਅਹਿਸਾਸ ਹੋ ਚੁੱਕਿਆ ਸੀ, ਜੇ ਹੁਣ ਵੀ ਉਹ ਪਹਿਲਾਂ ਦੀ ਤਰ੍ਹਾਂ ਦਬ ਕੇ ਰਹਿ ਗਈ ਤਾਂ ਸਾਰੀ ਜ਼ਿੰਦਗੀ ਉਸਦੇ ਪੱਲੇ ਇੱਕ ਅਫਸੋਸ ਹੀ ਰਹਿ ਜਾਏਗਾ। ਉਸਨੂੰ ਹਮੇਸ਼ਾ ਇਹੀ ਦੁੱਖ ਰਹੇਗਾ ਕਿ ਉਹ ਆਪਣੀ ਜ਼ਿੰਦਗੀ ਵਿੱਚ ਛੋਟੀਆਂ-ਛੋਟੀਆਂ ਖੁਆਇਸ਼ਾਂ ਨੂੰ ਪੂਰਾ ਨਹੀਂ ਕਰ ਸਕੀ। ਅਗਲੇ ਦਿਨ ਦੀ ਸਵੇਰ ਤੱਕ ਉਸਨੇ ਸੋਚ ਲਿਆ ਸੀ ਕਿ ਉਸਨੇ ਆਪਣੇ ਸੁਪਨੇ ਪੂਰੇ ਕਿਵੇਂ ਕਰਨੇ ਹਨ। ਜਦੋਂ ਸਾਰੇ ਤਿਆਰ ਹੋ ਕੇ ਆਪਣੇ ਆਪਣੇ ਕੰਮ ਲਈ ਚਲੇ ਗਏ ਤਾਂ ਸੁਖਵਿੰਦਰ ਕੌਰ ਵੀ ਤਿਆਰ ਹੋ ਕੇ ਕਾਲਜ ਲਈ ਚਲੀ ਗਈ। ਜਦੋਂ ਕਾਲਜ ਪਹੁੰਚੀ ਤਾਂ ਪ੍ਰਿੰਸੀਪਲ ਆਫਿਸ ਦੇ ਬਾਹਰ ਵੱਡੇ-ਵੱਡੇ ਅੱਖਰਾਂ ਵਿੱਚ ਲਿਖਿਆ ਸੀ, ਡਾਕਟਰ ਰਾਜਵੰਤ ਕੌਰ। ਆਪਣੇ ਮਨ ਵਿੱਚ ਸੋਚਣ ਲੱਗੀ, ਕਿੰਨਾ ਗਰਵ ਮਹਿਸੂਸ ਹੁੰਦਾ ਹੋਏਗਾ ਰੱਜੋ ਨੂੰ ਆਪਣੇ ਆਪ 'ਤੇ। ਉਨੇ ਚਿਰ ਨੂੰ ਗਾਰਡ ਆ ਗਿਆ ਤੇ ਆ ਕੇ ਕਹਿੰਦਾ, ਤੁਸੀਂ ਕਿਸ ਨੂੰ ਮਿਲਣਾ ਹੈ? ਤਾਂ ਸੁਖਵਿੰਦਰ ਕੌਰ ਕਹਿੰਦੀ ਕਿ ਮੈਂ ਪ੍ਰਿੰਸੀਪਲ ਨਾਲ ਮਿਲਣਾ ਹੈ। ਫਿਰ ਗਾਰਡ ਉਸ ਨੂੰ ਆਫਿਸ ਵਿੱਚ ਲੈ ਗਿਆ। ਸੁਖਵਿੰਦਰ ਕੌਰ ਨੂੰ ਆਪਣੇ ਸੁਪਨਿਆਂ ਵੱਲ ਵਧਦੇ ਹੋਏ ਦੇਖ ਕੇ ਰੱਜੋ ਬਹੁਤ ਖੁਸ਼ ਹੋਈ। ਸੁਖਵਿੰਦਰ ਕੌਰ ਦਾ ਰੱਜੋ ਨੇ ਐਡਮਿਸ਼ਨ ਲਈ ਫਾਰਮ ਭਰ ਦਿੱਤਾ, ਪਰ ਜਦੋਂ ਸੁਖਵਿੰਦਰ ਕੌਰ ਨੇ ਆਪਣੀ ਸਹੇਲੀ ਨੂੰ ਕਿਹਾ ਕਿ ਘਰ ਦੇ ਹਾਲਾਤਾਂ ਦੇ ਕਰਕੇ ਉਹ ਹਰ ਰੋਜ਼ ਕਲਾਸ ਅਟੈਂਡ ਨਹੀਂ ਕਰ ਸਕੇਗੀ ਤਾਂ ਰੱਜੋ ਸੋਚ ਵਿੱਚ ਪੈ ਗਈ ਤੇ ਫਿਰ ਕੁਝ ਟਾਈਮ ਬਾਅਦ ਚਿਹਰੇ 'ਤੇ ਮੁਸਕਰਾਹਟ ਲਿਆਉਂਦੀ ਕਹਿਣ ਲੱਗੀ, ਇਸ ਦਾ ਵੀ ਹੱਲ ਹੈਗਾ ਮੇਰੇ ਕੋਲ। ਜੋ ਵਿਦਿਆਰਥੀ ਕਲਾਸ ਅਟੈਂਡ ਕਰਨ ਲਈ ਕਾਲਜ ਨਹੀਂ ਆ ਸਕਦੇ ਉਹਨਾਂ ਨੂੰ ਅਸੀਂ ਫੋਨ 'ਤੇ ਵੀਡੀਓ ਰਾਹੀਂ ਕਲਾਸ ਅਟੈਂਡ ਕਰਵਾ ਦਿੰਦੇ ਹਾਂ। ਕੱਲ੍ਹ ਤੋਂ ਕਲਾਸ ਵਰਕ ਦੀ ਵੀਡੀਓ ਤੇਰੇ ਫੋਨ 'ਤੇ ਭੇਜ ਦਿੱਤੀ ਜਾਇਆ ਕਰੇਗੀ। ਤੈਨੂੰ ਸਿਰਫ ਕਾਲਜ ਪੇਪਰ ਦੇਣ ਲਈ ਹੀ ਆਉਣਾ ਪਏਗਾ। ਅਗਲੇ ਦਿਨ ਹੀ ਸੁਖਵਿੰਦਰ ਕੌਰ ਨੇ ਆਪਣੀ ਨੂੰਹਾਂ ਤੇ ਮੁੰਡਿਆਂ ਦੇ ਜਾਣ ਤੋਂ ਬਾਅਦ ਆਪਣੀ ਪੜ੍ਹਾਈ ਸ਼ੁਰੂ ਕਰ ਦਿੱਤੀ। ਪੜ੍ਹਾਈ ਦੀ ਸ਼ੌਕੀਨ ਸੁਖਵਿੰਦਰ ਕੌਰ ਰਾਤ ਨੂੰ ਵੀ ਪੜ੍ਹਨ ਦੇ ਲਈ 2 ਘੰਟੇ ਦਾ ਸਮਾਂ ਤਾਂ ਜ਼ਰੂਰ ਕੱਢਦੀ। ਨੂੰਹਾਂ ਨੂੰ ਕਦੇ-ਕਦੇ ਸ਼ੱਕ ਵੀ ਹੁੰਦਾ ਕਿ ਮੰਮੀ ਫੋਨ 'ਤੇ ਕੁਝ ਜ਼ਿਆਦਾ ਹੀ ਟਾਈਮ ਪਾਸ ਕਰਨ ਲੱਗ ਗਈ, ਪਰ ਫਿਰ ਸਾਨੂੰ ਕੀ ਕਹਿ ਕੇ ਗੱਲ ਟਾਲ ਦਿੰਦੀਆਂ। ਸਮੇਂ-ਸਮੇਂ 'ਤੇ ਰੱਜੋ ਵੀ ਫੋਨ ਕਰਕੇ ਸੁਖਵਿੰਦਰ ਕੌਰ ਦੀ ਪੜ੍ਹਾਈ ਦੇ ਵਿਸ਼ੇ 'ਤੇ ਜਾਣਕਾਰੀ ਲੈਂਦੀ ਰਹਿੰਦੀ। ਹੁਣ ਪੜ੍ਹਦੀ ਸੁਖਵਿੰਦਰ ਕੌਰ ਦੇ ਵਿੱਚ ਵੀ ਆਤਮ ਵਿਸ਼ਵਾਸ ਵਾਪਸ ਆ ਗਿਆ ਸੀ। ਸਮਾਂ ਬੀਤਦਾ ਗਿਆ। ਹੁਣ ਵੇਖਦੇ 3 ਸਾਲ ਬੀਤ ਗਏ। ਅੱਜ ਸੁਖਵਿੰਦਰ ਕੌਰ ਕੁਝ ਬੇਚੈਨ ਜਿਹੀ ਸੀ ਕਿਉਂਕਿ ਅੱਜ ਉਸਦੇ ਪੇਪਰਾਂ ਦਾ ਰਿਜ਼ਲਟ ਆਉਣਾ ਸੀ। ਰਸੋਈ ਦਾ ਕੰਮ ਕਰਦੀ ਸੁਖਵਿੰਦਰ ਕੌਰ ਸੋਚ ਰਹੀ ਸੀ ਕਿ ਓਨੇ ਨੂੰ ਰੱਜੋ ਦਾ ਫੋਨ ਆ ਗਿਆ। ਉਸਨੇ ਕਿਹਾ, ਸੁਖਵਿੰਦਰ ਤੂੰ ਅੱਜ ਦਾ ਅਖਬਾਰ ਪੜ੍ਹਿਆ? ਤੂੰ ਤਾਂ ਕਮਾਲ ਕਰ ਦਿੱਤਾ। ਗ੍ਰੈਜੂਏਸ਼ਨ ਦੇ ਤੀਸਰੇ ਸਾਲ ਦੇ ਪੇਪਰਾਂ ਵਿੱਚ ਤੂੰ ਪੂਰੇ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਸੁਖਵਿੰਦਰ, ਤੂੰ ਨਾ ਸਿਰਫ ਆਪਣੇ ਹਾਲਾਤਾਂ ਨਾਲ ਲੜ ਕੇ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਹੈ,
ਬਲਕਿ ਤੂੰ ਪਹਿਲੇ ਨੰਬਰ 'ਤੇ ਆ ਕੇ ਆਪਣੇ ਵਰਗੀਆਂ ਅਨੇਕਾਂ ਔਰਤਾਂ ਦੇ ਲਈ ਮਿਸਾਲ ਕਾਇਮ ਕੀਤੀ ਹੈ। ਫਟਾਫਟ ਜਾ ਕੇ ਅਖਬਾਰ ਸੁਖਵਿੰਦਰ ਕੌਰ ਕੁਛ ਬੇਚੈਨ ਜਿਹੀ ਹੋ ਗਈ। ਉਹ ਫਟਾਫਟ ਜਾ ਕੇ ਅਖਬਾਰ ਲੈ ਕੇ ਆਈ ਤਾਂ ਸੁਖਵਿੰਦਰ ਕੌਰ ਨੇ ਅਖਬਾਰ ਦੇ ਵਿੱਚ ਪੜ੍ਹਿਆ ਤਾਂ ਪਹਿਲੇ ਪੰਨੇ 'ਤੇ ਹੀ ਉਸਦੀ ਫੋਟੋ ਦੇ ਨਾਲ ਹੈਡਲਾਈਨ ਲਿਖੀ ਹੋਈ ਸੀ, ਪੜ੍ਹਾਈ ਲਿਖਾਈ ਦੀ ਕੋਈ ਉਮਰ ਨਹੀਂ ਹੁੰਦੀ, ਤੁਸੀਂ ਜਿਸ ਉਮਰ ਵਿੱਚ ਵੀ ਚਾਹੋ ਤਾਂ ਪੜ੍ਹ ਸਕਦੇ ਹੋ। ਇਹੋ ਜਿਹੀ ਮਿਸਾਲ ਨੂੰ ਜਿੰਦਾ ਰੱਖਣ ਲਈ ਯੋਗਦਾਨ ਦਿੱਤਾ ਹੈ 50 ਸਾਲਾਂ ਦੀ ਸੁਖਵਿੰਦਰ ਕੌਰ ਨੇ। ਆਪਣਾ ਨਾਂ ਤੇ ਆਪਣੀ ਤਸਵੀਰ ਅਖਬਾਰ ਵਿੱਚ ਵੇਖ ਕੇ ਸੁਖਵਿੰਦਰ ਕੌਰ ਫੁੱਲੀ ਨਹੀਂ ਸਮਾ ਰਹੀ ਸੀ। ਅੱਜ ਜੋ ਉਸਦੇ ਚਿਹਰੇ 'ਤੇ ਚਮਕ ਤੇ ਸੰਤੁਸ਼ਟੀ ਦਾ ਅਨੁਭਵ ਨਜ਼ਰ ਆ ਰਿਹਾ ਸੀ, ਉਹ ਅੱਜ ਤੋਂ ਪਹਿਲਾਂ ਕਦੇ ਨਹੀਂ ਆਇਆ ਸੀ। ਤੇ ਸੁਖਵਿੰਦਰ ਕੌਰ ਮਨ ਹੀ ਮਨ ਇਹ ਸੋਚ ਰਹੀ ਸੀ ਕਿ ਜਦੋਂ ਇਹ ਫੋਟੋ ਉਹ ਆਪਣੇ ਮੁੰਡਿਆਂ ਨੂੰ, ਨੂੰਹਾਂ ਨੂੰ ਦਿਖਾਏਗੀ ਤਾਂ ਉਹਨਾਂ ਨੂੰ ਇਹ ਅਹਿਸਾਸ ਹੋਏਗਾ ਕਿ ਆਪਣੀ ਮਾਂ ਨੂੰ ਪੜ੍ਹਾਈ ਕਰਨ ਤੋਂ ਮਨ੍ਹਾ ਕਰਕੇ ਕਿੰਨੀ ਵੱਡੀ ਗਲਤੀ ਕਰ ਰਹੇ ਸੀ। ਅੱਜ ਮੇਰੇ ਮੁੰਡੇ ਗਰਵ ਮਹਿਸੂਸ ਕਰਨਗੇ ਮੇਰੇ 'ਤੇ। ਇਹੀ ਸੋਚਦੇ ਸੋਚਦੇ ਉਸ ਤੋਂ ਹੁਣ ਹੋਰ ਇੰਤਜ਼ਾਰ ਨਹੀਂ ਹੋ ਰਿਹਾ ਸੀ। ਸ਼ਾਮ ਨੂੰ ਜਦੋਂ ਮੁੰਡੇ ਤੇ ਨੂੰਹਾਂ ਘਰ ਆਏ ਤਾਂ ਸੁਖਵਿੰਦਰ ਕੌਰ ਨੇ ਖੁਸ਼ੀ-ਖੁਸ਼ੀ ਉਹ ਅਖਬਾਰ ਆਪਣੇ ਬੱਚਿਆਂ ਦੇ ਸਾਹਮਣੇ ਰੱਖ ਦਿੱਤਾ। ਵੱਡਾ ਮੁੰਡਾ ਦਰਸ਼ਪ੍ਰੀਤ ਅਖਬਾਰ ਪੜ੍ਹ ਕੇ ਹੈਰਾਨ ਰਹਿ ਗਿਆ। ਗੁੱਸੇ ਨਾਲ ਉਸਨੇ ਮੱਥੇ 'ਤੇ ਤਿਉੜੀਆਂ ਪਾ ਲਈਆਂ ਤੇ ਕਹਿਣ ਲੱਗਾ, ਮੰਮੀ ਤੂੰ ਇਹ ਸਭ ਕਰਕੇ ਸਾਬਤ ਕੀ ਕਰਨਾ ਚਾਹੁੰਦੀ ਹੈ? ਪਹਿਲਾਂ ਵੀ ਤੁਹਾਨੂੰ ਇਹੀ ਗੱਲ ਸਮਝਾਈ ਸੀ ਕਿ ਇਹ ਸਭ ਕੁਝ ਕਰਨਾ ਹੈ ਤਾਂ ਕਿਤੇ ਹੋਰ ਜਾ ਕੇ ਕਰੋ। ਅਖਬਾਰ ਦੇਖ ਕੇ ਵੱਡੀ ਨੂੰ ਪ੍ਰੀਤ ਕਹਿੰਦੀ, ਅੱਛਾ ਤਾਂ ਮੈਂ ਹੀ ਸੋਚ ਰਹੀ ਸੀ ਕਿ ਇੰਨੇ ਦਿਨਾਂ ਤੋਂ ਮੰਮੀ ਫੋਨ 'ਤੇ ਕੀ ਕਰ ਰਹੀ ਹੈ। ਅੱਛਾ ਤਾਂ ਫਿਰ ਆਹ ਕੰਮ ਹੋ ਰਿਹਾ ਸੀ। ਤੂੰ ਪ੍ਰੀਤ ਤਮੀਜ਼ ਅਖਬਾਰ ਦੇਖ ਕੇ ਵੱਡੀ ਨੂੰ ਪ੍ਰੀਤ ਕਹਿੰਦੀ, ਅੱਛਾ ਤਾਂ ਮੈਂ ਸੋਚ ਰਹੀ ਸੀ ਫਿਰ ਆਹ ਕੰਮ ਕਰ ਰਹੀ ਸੀ। ਤੂੰ ਪ੍ਰੀਤ ਤਮੀਜ਼ ਨਾਲ ਗੱਲ ਕਰ। ਇਹ ਕਿਹੋ ਜਿਹਾ ਤਰੀਕਾ ਹੋਇਆ ਮੇਰੇ ਨਾਲ ਗੱਲ ਕਰਨ ਦਾ? ਪ੍ਰੀਤ ਜਦੋਂ ਮੈਂ ਪੜ੍ਹਨਾ ਨਹੀਂ ਸ਼ੁਰੂ ਕੀਤਾ ਸੀ ਤਾਂ ਉਦੋਂ ਤੱਕ ਮੈਂ ਤੁਹਾਨੂੰ ਅਨਪੜ੍ਹ ਤੇ ਗਵਾਰ ਲੱਗਦੀ ਸੀ ਤੇ ਸਾਰਾ ਦਿਨ ਤੂੰ ਮੈਨੂੰ ਇਹੀ ਗੱਲਾਂ ਦੇ ਤਾਨੇ ਦਿੰਦੀ ਸੀ। ਹੁਣ ਜਦੋਂ ਮੈਂ ਪੜ੍ਹ ਰਹੀ ਹਾਂ ਤਾਂ ਹੁਣ ਵੀ ਤੁਹਾਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ। ਤੁਸੀਂ ਤਾਂ ਨੌਕਰੀ 'ਤੇ ਚਲੇ ਜਾਂਦੇ ਸੀ, ਮੈਂ ਪਿੱਛੋਂ ਘਰ ਦਾ ਸਾਰਾ ਕੰਮ ਕਰਕੇ ਪੜ੍ਹਦੀ ਸੀ। ਮੈਂ ਆਪਣੇ ਇਹ ਸੁਪਨੇ ਤਾਂ ਬਹੁਤ ਪਹਿਲਾਂ ਹੀ ਪੂਰੇ ਕਰਨਾ ਚਾਹੁੰਦੀ ਸੀ, ਪਰ ਮੈਂ ਆਪਣੇ ਮੁੰਡਿਆਂ ਕਰਕੇ ਆਪਣੇ ਸੁਪਨਿਆਂ ਨੂੰ ਵੀ ਭੁੱਲ ਗਈ। ਤੁਹਾਡੀ ਸਫਲਤਾ ਵਿੱਚ ਹੀ ਆਪਣੀ ਸਫਲਤਾ ਵੇਖੀ। ਜਦੋਂ ਤੁਸੀਂ ਆਪਣੀ ਕਲਾਸ ਵਿੱਚੋਂ ਪਹਿਲੇ ਨੰਬਰ 'ਤੇ ਆਉਂਦੇ ਸੀ ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਮੈਂ ਪਹਿਲੇ ਨੰਬਰ 'ਤੇ ਆਈ ਹਾਂ, ਪਰ ਮੈਂ ਗਲਤ ਸੀ। ਆਪਣੇ ਬੱਚਿਆਂ ਕਰਕੇ ਮੈਂ ਆਪਣੇ ਸੁਪਨਿਆਂ ਨੂੰ ਭੁੱਲ ਗਈ। ਹੰਝੂਆਂ ਨਾਲ ਭਰੀਆਂ ਅੱਖਾਂ ਦੇ ਭਰੇ ਗਲ ਨਾਲ ਸੁਖਵਿੰਦਰ ਕੌਰ ਕਹਿਣ ਲੱਗੀ, ਪਰ ਬਸ ਬਹੁਤ ਹੋ ਗਿਆ। ਹੁਣ ਮੈਂ ਅੱਗੇ B.Ed ਵੀ ਕਰਾਂਗੀ। ਹੁਣ ਮੈਂ ਰੁਕਣ ਵਾਲੀ ਨਹੀਂ ਹਾਂ। ਇਹ ਗੱਲ ਸੁਣ ਕੇ ਛੋਟਾ ਮੁੰਡਾ ਲਕਸ਼ ਵੀ, ਮੰਮੀ ਜੇ ਤੁਸੀਂ ਇਹੋ ਜਿਹੇ ਕੰਮ ਕਰਨੇ ਹਨ ਤਾਂ ਕਿਤੇ ਹੋਰ ਜਾ ਕੇ ਕਰੋ। ਇਹ ਤਮਾਸ਼ਾ ਹੁਣ ਅਸੀਂ ਹੋਰ ਨਹੀਂ ਬਰਦਾਸ਼ਤ ਕਰ ਸਕਦੇ। ਅਗਲੇ ਦਿਨ ਨਿਊਜ਼ ਰਿਪੋਰਟਰ ਸੁਖਵਿੰਦਰ ਕੌਰ ਦਾ ਇੰਟਰਵਿਊ ਲੈਣ ਲਈ ਘਰ ਆ ਗਏ ਤੇ ਸੁਖਵਿੰਦਰ ਕੌਰ ਨੂੰ ਸਵਾਲ ਪੁੱਛਣ ਲੱਗੇ ਕਿ ਤੁਸੀਂ ਹੁਣ ਅੱਗੇ ਕੀ ਕਰਨਾ ਚਾਹੁੰਦੇ ਹੋ? ਤਾਂ ਸੁਖਵਿੰਦਰ ਕੌਰ ਨੇ ਕਿਹਾ ਕਿ ਮੈਂ ਅੱਗੇ B.Ed ਦੀ ਪੜ੍ਹਾਈ ਸ਼ੁਰੂ ਕਰਨਾ ਚਾਹੁੰਦੀ ਹਾਂ ਤੇ ਨਾਲ ਹੀ ਆਪਣਾ ਕੋਚਿੰਗ ਸੈਂਟਰ ਵੀ ਖੋਲ੍ਹਣਾ ਚਾਹੁੰਦੀ ਹਾਂ। ਐਤਵਾਰ ਦਾ ਦਿਨ ਸੀ, ਨੂੰਹਾਂ ਤੇ ਮੁੰਡੇ ਵੀ ਘਰ ਹੀ ਸੀ। ਆਪਣੀ ਮਾਂ ਨੂੰ ਇੰਟਰਵਿਊ ਦਿੰਦੇ ਹੋਏ ਦੇਖ ਕੇ ਵਿੱਚੇ ਵਿੱਚ ਬਹੁਤ ਕ੍ਰੋਧਿਤ ਹੋ ਰਹੇ ਸੀ, ਪਰ ਰਿਪੋਰਟਰ ਦੇ ਸਾਹਮਣੇ ਕੁਝ ਨਾ ਬੋਲੇ। ਤੇ ਜਦੋਂ ਇੰਟਰਵਿਊ ਖਤਮ ਹੋਈ ਤਾਂ ਨਿਊਜ਼ ਰਿਪੋਰਟਰ ਚਲੇ ਗਏ ਤਾਂ ਆਪਣੀ ਮਾਂ ਨਾਲ ਲੜਨ ਲੱਗ ਗਏ। ਕਹਿੰਦੇ, ਮੰਮੀ ਇਹ ਤਮਾਸ਼ਾ ਕਦੋਂ ਤੱਕ ਚੱਲੇਗਾ? ਬਸ ਕੁਝ ਜ਼ਿਆਦਾ ਦਿਨ ਨਹੀਂ। ਨੂੰਹਾਂ ਤੇ ਮੁੰਡੇ ਹੈਰਾਨੀ ਨਾਲ ਸੁਖਵਿੰਦਰ ਕੌਰ ਵੱਲ ਦੇਖ ਰਹੇ ਸੀ ਕਿ ਮੰਮੀ ਇੰਨੀ ਆਸਾਨੀ ਨਾਲ ਕਿਵੇਂ ਮੰਨ ਗਈ। ਪਰ ਫਿਰ ਸੁਖਵਿੰਦਰ ਕੌਰ ਕਹਿੰਦੀ ਕਿ ਤੁਸੀਂ ਰਾਤ ਕਹਿ ਰਹੇ ਸੀ ਕਿ ਹੁਣ ਸਾਡੇ ਤੋਂ ਇਹ ਸਭ ਕੁਝ ਬਰਦਾਸ਼ਤ ਨਹੀਂ ਹੋ ਰਿਹਾ। ਜੇ ਮੈਂ ਇਹ ਸਭ ਕੁਝ ਕਰਨਾ ਤਾਂ ਮੈਂ ਕਿਤੇ ਚਲੀ ਜਾਵਾਂ। ਇਸ ਲਈ ਮੈਂ ਫੈਸਲਾ ਲਿਆ ਹੈ ਕਿ ਜੇ ਜਾਣਾ ਹੀ ਹੈ ਤਾਂ ਤੁਸੀਂ ਘਰ ਛੱਡ ਕੇ ਜਾਓ। ਮੈਂ ਨਹੀਂ, ਕਿਉਂਕਿ ਇਹ ਘਰ ਮੇਰਾ ਹੈ ਤੇ 10 ਦਿਨਾਂ ਨੂੰ ਮੈਂ ਇਸ ਘਰ ਵਿੱਚ ਕੋਚਿੰਗ ਸੈਂਟਰ ਸ਼ੁਰੂ ਕਰਨ ਵਾਲੀ ਹਾਂ। ਇਸ ਲਈ ਜਿੰਨਾ ਜਲਦੀ ਹੋ ਸਕੇ ਆਪਣੇ ਰਹਿਣ ਦਾ ਇੰਤਜ਼ਾਮ ਕਿਤੇ ਹੋਰ ਕਰ ਲਵੋ। ਸੁਖਵਿੰਦਰ ਕੌਰ ਨੇ ਆਪਣੇ ਮੁੰਡਿਆਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਿਹਾ, ਰੋਜ਼-ਰੋਜ਼ ਦੀ ਜਿੱਲਤ ਭਰੀ ਜ਼ਿੰਦਗੀ ਜਿਉਣ ਨਾਲੋਂ ਚੰਗਾ ਹੈ ਮੈਂ ਆਤਮ ਨਿਰਭਰ ਹੋ ਕੇ ਇਕੱਲੀ ਰਹਾਂ ਤੇ ਆਤਮ ਵਿਸ਼ਵਾਸ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰਾਂ। ਇਹ ਸੁਣ ਕੇ ਮੁੰਡੇ ਤੇ ਨੂੰਹਾਂ ਹੈਰਾਨ ਰਹਿ ਗਏ, ਪਰ ਕੁਝ ਵੀ ਕਰ ਵੀ ਨਹੀਂ ਸਕਦੇ ਸੀ ਕਿਉਂਕਿ ਇਹ ਘਰ ਸੁਖਵਿੰਦਰ ਕੌਰ ਦੇ ਨਾਮ ਸੀ। ਸੁਖਵਿੰਦਰ ਕੌਰ ਆਪਣਾ ਫੈਸਲਾ ਸੁਣਾ ਕੇ ਆਪਣੇ ਕਮਰੇ ਵਿੱਚ ਚਲੀ ਗਈ। ਅਗਲੇ ਹੀ ਦਿਨ ਆਪਣੇ ਘਰ ਦੇ ਬਾਹਰ ਇੱਕ ਬਹੁਤ ਵੱਡਾ ਬੋਰਡ ਲਗਾਇਆ ਜਾ ਰਿਹਾ ਸੀ ਤੇ ਸੁਖਵਿੰਦਰ ਕੌਰ ਬੜੇ ਗਰਵ ਭਰੀ ਮੁਸਕਰਾਹਟ ਦੇ ਨਾਲ ਉਸ ਵੱਲ ਦੇਖ ਰਹੀ ਸੀ। ਉਸ ਬੋਰਡ 'ਤੇ ਵੱਡੇ-ਵੱਡੇ ਅੱਖਰਾਂ ਵਿੱਚ ਲਿਖਿਆ ਸੀ, ਸੁਖਵਿੰਦਰ ਕੌਰ ਕੋਚਿੰਗ ਸੈਂਟਰ। ਧੰਨਵਾਦ ਦੋਸਤੋ। ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ, ਸ਼ੇਅਰ, ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ।